ਪ੍ਰਾਕਥਨ। ਪਿਛਲੀ ਪੌੜੀ ਵਿੱਚ ਦੱਸਿਆ ਸੀ ਕਿ ਕੀਤੀ ਹੋਈ ਰਚਨਾ ਦੀ ਵਿਸ਼ਾਲਤਾ ਅਣਗਿਣਤ ਹੈ, ਇਉਂ ਇਹ ਬਹੁਤ ਵੱਡੀ ਹੋਈ। ਹੁਣ ਵਿਚਾਰ ਕਰੋ ਕਿ ਜਿਸ ਨੇ ਇਹ ਰਚੀ ਹੈ, ਅਸਲ ਵੱਡਾ ਤਾਂ ਉਹ ਹੋਇਆ ਕਿ ਜਿਸ ਨੇ ਇਹ ਸਾਜੀ ਹੈ, ਜੋ ਇਸ ਨੂੰ ਜਾਣਦਾ ਹੈ ਤੇ ਸੰਭਾਲਦਾ ਹੈ, ਤਾਂ ਤੇ ਸਭ ਤੋਂ ਵੱਡਾ ਉਸ ਨੂੰ ਆਖੋ। ਐਸਾ ਕਹਿਣੇ ਤੇ ਸੁਰਤ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਵਿੱਚ ਚਲੀ ਜਾਏਗੀ, ਜਿਸ ਦਾ ਅਭਿਆਸ ਸਾਈਂ ਲੀਨਤਾ ਵਿੱਚ ਲੈ ਜਾਏਗਾ। ਜਿਵੇਂ ਨਦੀਆਂ ਨੂੰ ਸਮੁੰਦਰ ਵੱਲ ਰੁੱਖ ਰੱਖ ਕੇ ਤੁਰਦਿਆਂ ਸਮੁੰਦਰ ਲੀਨਤਾ ਪ੍ਰਾਪਤ ਹੁੰਦੀ ਹੈ, ਇਹ ਗੱਲ ਇਸ ਪੌੜੀ ਵਿੱਚ ਵਰਣਿਤ ਹੈ। ਸਾ ਲਾਹੇ ਏਤੀ ਸੁਰਤ ਨਾ ਪਾਈਆ। ਸਲਾਹੁਣ ਵਾਲਿਆਂ ਉਸ ਦੇ ਪ੍ਰੇਮੀਆਂ ਨੇ ਉਸ ਪਰਮ ਪੁਰਖ ਨੂੰ ਸਲਾਹਿਆ ਹੀ ਸਲਾਹਿਆ ਹੈ, ਪਰ ਉਹਨਾਂ ਨੇ ਏਤੀ ਦੀ ਗਿਆਤ ਨਹੀਂ ਪਾਈ। ਏਤੀ ਦਾ ਵੇਰਵਾ ਅਗਲੀ ਪੌੜੀ ਵਿੱਚ ਆਵੇਗਾ। ਨਦੀਆ ਅਤੈ ਵਾਹ ਪਵਹਿ ਸਮੁੰਦ ਨਾ ਜਾਣੀਐ ਹੈ। ਜਿਵੇਂ ਨਦੀਆਂ ਅਤੇ ਵਾਹੜੇ ਸਮੁੰਦਰ ਵਿੱਚ ਜਾ ਪੈਂਦੇ ਹਨ, ਫਿਰ ਉਹ ਵੱਖਰੇ ਨਹੀਂ ਜਾਣੇ ਜਾਂਦੇ, ਭਾਵ ਸਮੁੰਦਰ ਰੂਪ ਹੋ ਜਾਂਦੇ ਹਨ, ਤਿਵੇਂ ਸਲਾਹੁਤ ਕਰਨ ਵਾਲੇ ਸਲਾਹੁਤ ਕਰਦੇ ਕਰਦੇ ਉਸ ਨੂੰ ਪ੍ਰਾਪਤ ਹੋ ਕੇ ਉਸ ਦਾ ਰੂਪ ਹੋ ਜਾਂਦੇ ਹਨ। ਹੁਣ ਨਾ ਉਹ ਵੱਖਰੇ ਸਿਆਣੇ ਜਾਂਦੇ ਹਨ, ਨਾ ਉਹ ਆਪ ਨੂੰ ਵੱਖਰੇ ਸਿਆਣਦੇ ਹਨ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਹੇ ਸ਼ਾਹ, ਹੇ ਸ਼ਹਿਨਸ਼ਾਹ, ਵਾਹਿਗੁਰੂ, ਮੈਂ ਤੈਨੂੰ ਸਮੁੰਦਰ ਨਾਲ ਉਪਮਾ ਦਿੱਤੀ ਹੈ, ਪਰ ਸਾਰੇ ਸਮੁੰਦਰ ਜਿਨ੍ਹਾਂ ਵਿੱਚ ਕਿ ਪਹਾੜਾਂ ਸਰੀਖੇ ਮਾਲ ਧਨ ਪਏ ਹਨ, ਕੀੜੀ ਤੁਲ ਨਾ ਹੋਵਣੀ, ਜੇ ਤਿਸ ਮਨਹੁ ਨਾ ਵੀਸਰਹਿ। ਉਸ ਕੀੜੀ ਦੀ ਬਰਾਬਰੀ ਨਹੀਂ ਕਰ ਸਕਦੇ ਜਿਸ ਦੇ ਮਨ ਵਿੱਚੋਂ ਕਿ ਤੂੰ ਨਾ ਵਿਸਰੇ। ਵਿਆਖਿਆ। ਪੌੜੀ 22ਵੀਂ ਦੇ ਅੰਤ ਵਿੱਚ ਫਰਮਾਇਆ ਸੀ, ਨਾਨਕ ਵੱਡਾ ਆਖੀਐ। ਉਸ ਭਾਵ ਨੂੰ ਖੋਲ ਕੇ ਹੁਣ 23ਵੀਂ ਵਿੱਚ ਦੱਸਦੇ ਹਨ ਕਿ ਵੱਡਾ ਆਖੀਐ ਦਾ ਭਾਵ ਸਿਫਤ ਸਲਾਹ ਕਰਨੀ ਹੈ। ਪ੍ਰਸ਼ਨ ਹੋ ਸਕਦਾ ਹੈ ਕਿ ਕਿਆ ਸਿਫਤ ਸਲਾਹ ਨਾਲ ਸਾਰੀ ਰਚਨਾ ਦੀ ਵਿਸ਼ਾਲਤਾ ਗਿਆਨ ਵਿੱਚ ਆ ਜਾਵੇਗੀ? ਉੱਤਰ। ਇੱਕ ਦ੍ਰਿਸ਼ਟਾਂਤ ਦੁਆਰ ਦਿੰਦੇ ਹਨ ਕਿ ਜਿਵੇਂ ਨਦੀਆਂ ਸਮੁੰਦਰ ਵੱਲ ਰੁੱਖ ਲਾ ਕੇ ਤੁਰਦੀਆਂ ਰਹਿੰਦੀਆਂ ਅੰਤ ਸਮੁੰਦਰ ਨੂੰ ਪ੍ਰਾਪਤ ਹੋ ਜਾਂਦੀਆਂ ਹਨ, ਤਦ ਉਹਨਾਂ ਨੂੰ ਏਤੀ ਸੁਰਤ ਨਾ ਪਾਈਆ। ਸਮੁੰਦਰ ਦੇ ਪਾਰਾਵਾਰ ਦਾ ਗਿਆਨ ਪ੍ਰਾਪਤ ਨਹੀਂ ਹੁੰਦਾ। ਜਿਵੇਂ ਕਿ ਕਿਸੇ ਵੱਖ ਖੜੇ ਦੇਖਣਹਾਰ ਨੂੰ ਦਿਸ ਰਹੀ ਸ਼ੈ ਦਾ ਗਿਆਨ ਹੁੰਦਾ ਹੈ, ਉਹ ਤਾਂ ਪ੍ਰਵੇਸ਼ ਕਰਦਿਆਂ ਨਦੀ ਨਾਲੇ ਨਹੀਂ ਰਹਿੰਦੇ, ਸਮੁੰਦਰ ਹੋ ਜਾਂਦੇ ਨੇ। ਨਾ ਹੀ ਉਹ ਨਦੀ ਨਾਲੇ ਜਾਣੇ ਜਾਂਦੇ ਹਨ, ਜੋ ਉਹ ਵੱਖਰੇ ਰਹਿ ਕੇ ਗਿਆਤਾ ਹੋ ਕੇ ਗੇ ਦਾ ਗਿਆਨ ਪ੍ਰਾਪਤ ਕਰ ਸਕਣ ਵਾਲੀ ਹਾਲਤ ਵਿੱਚ ਹੋਣ। ਉਹ ਤਾਂ ਸ਼ਰਨ ਆਏ, ਸ਼ਰਨ ਸਮਾਏ ਤਦਰੂਪ ਹੋ ਗਏ ਹਨ। ਹਾਂ, ਉਹ ਤਾਂ ਗੁਣ ਕਹਿ ਗੁਣੀ ਸਮਾਵਣਿਆ ਮਾਝ ਮਹੱਲਾ 3 ਅਸ਼ਟਪਦੀ ਹੋ ਗਏ ਹਨ। ਸੁਰਤ ਨਾ ਪਾਈਆ ਤੋਂ ਮਤਲਬ ਉਸ ਸੁਰਤ ਜਾਂ ਗਿਆਨ ਤੋਂ ਹੈ, ਜੋ ਤ੍ਰਿਪਤੀ ਗਿਆਤਾ ਗਿਆਨ ਗੇ ਵਿੱਚ ਹੁੰਦਾ ਹੈ। ਗੇ ਦੀ ਆਪਣੀ ਗਿਆਨ ਸਰੂਪਤਾ ਸੁਤੇ ਪ੍ਰਕਾਸ਼ ਹੈ, ਉਸ ਵਿੱਚ ਜੋ ਲੀਨ ਹੋ ਗਏ, ਉਸ ਸਰਵਗਤਾ ਵਿੱਚ ਤਦਰੂਪ ਹੋ ਗਏ। ਇਹ ਨਹੀਂ ਸਮਝਣਾ ਚਾਹੀਏ ਕਿ ਉਹ ਅਗਿਆਨ ਵਿੱਚ ਚਲੇ ਗਏ। ਸੁਰਤ ਨਾ ਪਾਈਆ ਦਾ ਭਾਵ ਅਗਿਆਨ ਨਹੀਂ ਹੈ, ਪਰ ਚੇਤਨ ਸਰੂਪ ਦੀ ਚੇਤਨਤਾ ਵਿੱਚ ਭੇਦ ਹੋ ਜਾਣਾ ਹੈ। ਇੱਕ ਵਿਚਾਰ ਹੋਰ ਹੈ। ਪਹਿਲੀਆਂ 2 ਤੁਕਾਂ ਵਿੱਚ ਵਾਹਿਗੁਰੂ ਨੂੰ ਸਮੁੰਦਰ ਨਾਲ ਉਪਮਾ ਦਿੱਤੀ ਤੇ ਫਿਰ ਉਸ ਨੂੰ ਪੂਰੀ ਢੁਕਵੀਂ ਉਪਮਾ ਨਾ ਸਮਝਿਆ ਤੇ ਸਮੁੰਦਰ ਨੂੰ ਉਸ ਕਿਣਕੇ ਤੋਂ ਵੀ ਛੋਟਾ ਦੱਸਿਆ ਹੈ, ਜੋ ਕਿਣਕਾ ਇੱਕ ਨਿੱਕੀ ਕੀੜੀ ਦੇ ਛੋਟੇ ਜਿਹੇ ਮਨ ਵਿੱਚ ਵਸ ਸਕਦਾ ਹੈ। ਕਿਣਕੇ ਤੋਂ ਮਤਲਬ ਇੱਥੇ ਪਰਮੇਸ਼ਵਰ ਦੀ ਉਤਨੀ ਅੰਸ਼ ਮਾਤਰ ਤੋਂ ਹੈ, ਜੋ ਕੀੜੀ ਦਾ ਮਨ ਧਾਰਨ ਕਰ ਸਕਦਾ ਹੈ। ਕੀੜੀ ਕਿੰਨੀ ਨਿੱਕੀ ਹੈ, ਉਸ ਦਾ ਮਨ ਫੇਰ ਕਿਹੜਾ ਕੋ ਹੋਇਆ। ਉਸ ਮਨ ਵਿੱਚ ਵਾਹਿਗੁਰੂ ਕਿੰਨਾ ਕੋ ਵਸੇਗਾ।
ਸੋ ਉਸ ਵਾਹਿਗੁਰੂ ਦੀ ਨਿੱਕੀ ਜਿਹੀ ਅੰਸ਼ ਜੋ ਕੀੜੀ ਦੇ ਨਿੱਕੇ ਜਿਹੇ ਮਨ ਵਿੱਚ ਵਸਦੀ ਹੈ, ਇੰਨੀ ਮਹੱਤਤਾ ਰੱਖਦੀ ਹੈ ਕਿ ਸਾਰੇ ਸਮੁੰਦਰ ਆਪਣੇ ਮਾਲ ਧਨ ਸਮੇਤ ਉਸ ਅੱਗੇ ਤੁਸ਼ ਹਨ। ਜਿਸ ਤਰ੍ਹਾਂ ਕਿਨ ਕਾ ਏਕ ਜਿਸ ਜੀ ਬਸਾਵੈ, ਤਾ ਕੀ ਮਹਿਮਾ ਗਨੀ ਨਾ ਆਵੈ। ਸੁਖਮਨੀ ਸਾਹਿਬ ਪਹਿਲੀ ਅਸ਼ਟਪਦੀ। ਇਸ ਪੌੜੀ ਵਿੱਚ ਪ੍ਰਤੀਪ ਅਲੰਕਾਰ ਦਾ ਪੰਜਵਾਂ ਰੂਪ ਹੈ, ਜਿੱਥੇ ਉਪਮਾਨ ਨੂੰ ਉਪਮੇਯ ਦੇ ਟਾਕਰੇ ਤੇ ਤੁਸ਼ ਮੰਨ ਕੇ ਉਸ ਦੀ ਸਮਤਾ ਦੇਣੀ ਅਯੋਗ ਠਹਿਰਾਈ ਗਈ ਹੈ। ਪ੍ਰਤੀਪ ਅਲੰਕਾਰ ਦਾ ਫਾਰਸੀ ਨਾਮ ਹੈ ਤਸ਼ਬੀਹ ਮੈਕੂਸ। ਪੰਜਵੀਂ ਪੌੜੀ ਵਿੱਚ ਜੋ ਸੋ ਮੈਂ ਵਿਸਰਨਾ ਜਾਈ ਮੰਗਿਆ ਸੀ, ਉਸ ਦੀ ਮਹਿਮਾ ਜੇ ਤਿਸ ਮਨਹੁ ਨਾ ਵਿਸਰਹਿ ਆਖ ਕੇ ਇੱਥੇ ਦਰਸਾਈ ਹੈ। ਜਿਵੇਂ ਪਿਛਲੀਆਂ ਪੌੜੀਆਂ ਵਿੱਚ ਦੇਸ਼ ਕਾਲ ਵਿੱਚ ਦਿਸ ਰਹੀ ਰਚਨਾ ਦੀ ਬਹੁਲਤਾ ਦਿਖਾ ਕੇ ਉਸ ਤੋਂ ਉੱਪਰ ਰਚਨਹਾਰ ਦੀ ਅਪਾਰਤਾ ਤੇ ਅਪਾਰਤਾ ਵਾਲੀ ਉੱਚਤਾ ਦਰਸਾ ਕੇ ਆਗਿਆ ਕੀਤੀ ਸੀ, ਨਾਨਕ ਵੱਡਾ ਆਖੀਐ। ਉਸੀ ਤਰ੍ਹਾਂ ਹੁਣ ਇਸ ਪੌੜੀ ਵਿੱਚ ਦੱਸਦੇ ਹਨ ਕਿ ਅਸੀਂ ਕਹਿ ਚੁੱਕੇ ਹਾਂ ਕਿ ਅਪਾਰ ਵੱਡਾ ਤਾਂ ਕਰਤਾਰ ਹੈ ਤੇ ਕੀਤੀ ਹੋਈ ਦੇਸ਼ ਕਾਲ ਵਿੱਚ ਵਿਸ਼ਾਲ ਹੈ, ਪਰ ਇਸ ਕੀਤੀ ਹੋਈ ਤੇ ਕਰਤਾਰ ਦੇ ਵਿਚਾਲੇ ਇੱਕ ਹੋਰ ਵੱਡਾ ਹੈ, ਜਿਸ ਦੀ ਬਰਾਬਰੀ ਇਸ ਕੀਤੀ ਹੋਈ ਵਿੱਚੋਂ ਕੋਈ ਨਹੀਂ ਕਰ ਸਕਦਾ। ਉਹ ਕੀਤੀ ਹੋਈ ਦਾ ਹਿਸਾਬੀਆ ਨਹੀਂ ਹੈ, ਪਰ ਕਰਤਾ ਨੂੰ ਸਲਾਹੁਣ ਵਾਲਾ, ਮਨੋਂ ਕਦੀ ਨਾ ਵਿਸਾਰਨ ਵਾਲਾ ਪ੍ਰੇਮੀ ਹੈ। ਚਾਹੇ ਉਹ ਜਗਤ ਵਿੱਚ ਕੀੜੀ ਵਾਂਗੂ ਇੱਕ ਨੀਵੀਂ ਤੋਂ ਨੀਵੀਂ ਹੈਸੀਅਤ ਵਾਲਾ ਹੋਵੇ, ਪਰ ਉਹ ਜਗਤ ਦੇ ਮਾਲ ਧਨ ਵਾਲਿਆਂ ਦੇ ਵੱਡੇ ਤੋਂ ਵੀ ਵੱਡਾ ਹੈ। ਅਪਾਰ ਵੱਡੇ ਤੇ ਮਨੋ ਨਾ ਵਿਸਰਹਿ ਦੀ ਵੱਡਿਤ ਵਾਲੇ ਬਾਬਤ ਗੁਰਬਾਣੀ ਇਉਂ ਆਖਦੀ ਹੈ, ਅਪਾਰ ਵੱਡਾ ਸਭ ਸਾਹਾ ਸਿਰ ਸਾਚਾ ਸਾਹੋ, ਵੇ ਮੁਹਤਾਜ ਪੂਰਾ ਪਾਤ ਸਾਹੋ। ਰਾਮਕਲੀ ਮਹੱਲਾ ਪੰਜਵਾ। ਨਾਮ ਵਾਲਾ ਵੱਡਾ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤ ਸਾਹੇ ਪਾਤ ਸਾਹੋ। ਜਪਜੀ ਸਾਹਿਬ। ਇਹ ਮਨਹੁ ਨਾ ਵਿਸਰਹਿ ਵਾਲਾ ਕਿਉਂ ਜਗਤ ਦੇ ਸਭ ਧਣੀਆਂ ਤੋਂ ਵੱਡਾ ਹੈ? ਇਸ ਲਈ ਕਿ ਜਗਤ ਦੇ ਧਨ ਅਮੁੱਲ ਤੇ ਅਟੁੱਟ ਨਹੀਂ, ਪਰ ਇਸ ਪਾਸ ਜੋ ਨਾਮ ਧਨ ਹੈ ਨਾ, ਉਹ ਅਮੁੱਲ ਧਨ ਹੈ, ਉਹ ਅਟੁੱਟ ਧਨ ਹੈ। ਜਿਵੇਂ ਗੁਰਬਾਣੀ ਦੱਸਦੀ ਹੈ, ਹਰ ਧਨ ਨਾਮ ਅਮੋਲਕ ਦੇਵੈ, ਹਰ ਜਸ ਦਰਗਹਿ ਪਿਆਰਾ ਹੈ। ਮਾਰੂ ਮਹੱਲਾ ਪਹਿਲਾ ਸੋਲ੍ਹੇ। ਜਨ ਨਾਨਕ ਅਟੁੱਟ ਧਨ ਪਾਇਆ, ਹਰ ਨਾਮਾ ਹਰ ਧਨ ਮਾਲ। ਕਾਨੜਾ ਵਾਰ ਮਹੱਲਾ ਚੌਥਾ। ਸੰਸਾਰ ਦੇ ਰਤਨ ਜਵਾਹਰ ਮਾਲ ਖਜ਼ਾਨੇ ਸਭ ਇੱਥੇ ਰਹਿ ਜਾਂਦੇ ਨੇ, ਨਾਲ ਨਹੀਂ ਜਾਂਦੇ, ਤਾਂ ਤੇ ਅਟੁੱਟ ਨਹੀਂ ਹਨ, ਪਰ ਹਰ ਨਾਮ ਨਾਲ ਜਾਂਦਾ ਹੈ, ਜੋ ਸਰੀਰ ਟੁੱਟ ਜਾਣ ਤੇ ਵੀ ਆਪਣਾ ਸਾਥ ਨਹੀਂ ਤੋੜਦਾ। ਜੇਹ ਮਾਰਗ ਇਹੋ ਜਾਤ ਇਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ। ਸੁਖਮਨੀ ਸਾਹਿਬ ਦੂਸਰੀ ਅਸ਼ਟਪਦੀ। ਨਿਰੁਕਤ। ਸਾਲਾਹੀ ਦਾ ਭਾਵ ਅਰਬੀ ਦੇ ਵਿੱਚ ਹੈ ਸਲਾਹ, ਭਾਵ ਨੇਕੀ, ਦਿਆਨਤਦਾਰੀ, ਪੁੰਨ ਧਰਮ ਆਦਿ। ਪੰਜਾਬੀ ਵਿੱਚ ਸਲਾਹੁਣਾ ਤੇ ਸਲਾਹੁਤ ਕਰਨੀ ਦੇ ਅਰਥ ਹਨ ਕਿਸੇ ਦੀ ਯੋਗ ਉਪਮਾ ਕਰਨੀ। ਇਸ ਤੋਂ ਬਣਦਾ ਹੈ ਪਦ ਸਾਲਾਹੀ, ਮਹਿਮਾ ਕਰਨੇ ਵਾਲਾ। ਇਸੇ ਤੁਕ ਵਿੱਚ ਸਾਲਾਹੀ ਪਦ ਬਹੁਵਚਨ ਵਿੱਚ ਹੈ ਤੇ ਸਾਲਾਹੇ ਪਦ ਕਿਰਿਆ ਵਿੱਚ ਹੈ, ਸਲਾਹਿਆ ਹੈ। ਸਾਲਾਹੀ ਦਾ ਭਾਵ ਹੈ ਹਰੀ ਦੀ ਕੀਰਤੀ ਕਰਨੇ ਵਾਲੇ ਭਗਤ, ਸੰਤ, ਗੁਰਮੁਖ। ਸਾਲਾਹੀ ਸਾਲਾਹੇ ਦਾ ਅਰਥ ਇਉਂ ਵੀ ਕਰਦੇ ਹਨ, ਸਲਾਹੁਤ ਦੀ ਸਲਾਹੁਤ ਕਰ। ਸਾਲਾਹੇ ਜਾਣ ਵਾਲੇ ਰੱਬ ਦੀ ਸਲਾਹੁਤ ਕਰ ਜਾਂ ਕਰਕੇ। ਸਲਾਹੁਣੇ ਜੋਗ ਤੋਂ ਸਾਲਾਹੇ ਜਾਣ ਵਾਲਾ। ਸਲਾਹੁਤ ਕਰਨ ਵਾਲੇ ਭਾਵ ਸੰਤ, ਉਹਨਾਂ ਸੰਤਾਂ ਦੀ ਸਲਾਹੁਤ ਕਰ। ਇਤਨਾ ਚਿਰ ਸਲਾਹੁਤ ਕਰ ਜਿੰਨਾ ਚਿਰ ਤੇਰੀ ਸੋਝੀ ਬ੍ਰਹਮ ਰੂਪ ਨਾ ਹੋ ਜਾਏ। ਏਤੀ ਦਾ ਭਾਵ ਹਿੰਦੀ ਦੇ ਵਿੱਚ ਇਤਨੀ ਤੇ ਏਤੀ ਹੈ।
ਐਤਨੀ, ਏਨੀ, ਏਤੀ ਦਾ ਭਾਵ ਏਤਨੀ ਦੀ ਹੈ। ਸੁਰਤ ਨਾ ਪਾਈਆ ਦਾ ਭਾਵ ਹੈ ਗਿਆਤ ਨਹੀਂ ਪਾਈ। ਨਦੀਆ ਦਾ ਭਾਵ ਸੰਸਕ੍ਰਿਤੀ ਵਿੱਚ ਨਦੀ, ਦਰਿਆ, ਪਾਣੀ ਦਾ ਵੱਡਾ ਪ੍ਰਵਾਹ। ਵਾਹ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਵਹਾਅ, ਛੋਟੀ ਨਦੀ ਜਾਂ ਨਾਲਾ। ਸਮੁੰਦ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਮੁੰਦਰ, ਸਾਗਰ। ਨਾ ਜਾਣੀਐ ਦਾ ਭਾਵ ਹੈ ਨਹੀਂ ਜਾਣੇ ਜਾਂਦੇ, ਨਹੀਂ ਪ੍ਰਤੀਤ ਦਿੰਦੇ। ਇਉਂ ਵੀ ਲਾ ਲੈਂਦੇ ਹਨ, ਨਦੀਆਂ ਤੇ ਵਾਹੇ ਸਮੁੰਦਰ ਵਿੱਚ ਪੈ ਕੇ ਉਸ ਨੂੰ ਜਾਣ ਨਹੀਂ ਸਕਦੇ, ਪਰ ਜਾਣੀਐ ਦਾ ਅਰਥ ਹੈ ਜਾਣੇ ਜਾਂਦੇ। ਸਾਹ ਦਾ ਭਾਵ ਹੈ ਫਾਰਸੀ ਵਿੱਚ ਸ਼ਾਹ ਭਾਵ ਰਾਜਾ। ਸੁਲਤਾਨ ਮਹਾਰਾਜਾ, ਮਹਾਰਾਜਾ ਅਧਰਾਜ। ਅਰਬੀ ਭਾਸ਼ਾ ਦਾ ਇਹ ਸ਼ਬਦ ਹੈ ਸੁਲਤਾਨ। ਇਉਂ ਵੀ ਅਰਥ ਲਾਉਂਦੇ ਹਨ ਸ਼ਾਹ ਤੇ ਸ਼ਹਿਨਸ਼ਾਹ, ਜਿਨ੍ਹਾਂ ਪਾਸ ਮਾਲ ਧਨ ਦੇ ਪਹਾੜ ਹਨ। ਸਮੁੰਦਰਾਂ ਦੇ ਸ਼ਾਹ ਤੇ ਸੁਲਤਾਨ, ਜਿਨ੍ਹਾਂ ਪਾਸ ਧਨ ਦੇ ਪਹਾੜ ਨੇ, ਪਰ ਚੱਲ ਰਹੇ ਪ੍ਰਸੰਗ ਨਾਲ ਇਹ ਦੋਏ ਘੱਟ ਟੁਕਦੇ ਨੇ। ਗਿਰਹਾ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਗਿਰ ਭਾਵ ਪਹਾੜ, ਪਹਾੜਾਂ। ਗਿਰ ਦਾ ਬਹੁਵਚਨ ਇੰਦਰ ਵੀ ਕਰਦੇ ਹਨ। ਗਿਰ ਭਾਵ ਪਹਾੜ ਪਲੱਸ ਹਾ ਤੋੜਨ ਵਾਲਾ। ਸੇਤੀ ਦਾ ਭਾਵ ਪੰਜਾਬੀ ਵਿੱਚ ਹੈ ਪਾਸ, ਜੋਗਾ, ਜਿੰਨਾ, ਜਿਤਨਾ। ਕੀੜੀ ਦਾ ਭਾਵ ਸੰਸਕ੍ਰਿਤੀ ਵਿੱਚ ਹੈ ਕੀਟ, ਨਿੱਕਾ ਜਿਹਾ ਜੰਤ ਜੋ ਤੁਸ਼ਤਾ ਦੇ ਪ੍ਰਮਾਣ ਲਈ ਵਰਤਿਆ ਜਾਂਦਾ ਹੈ। ਕੀੜੀ ਇੱਕ ਖਾਸ ਕੀੜਾ ਹੈ ਜੋ ਮਕੌੜੇ ਤੋਂ ਛੋਟਾ ਹੁੰਦਾ ਹੈ ਤੇ ਮਿੱਠੇ ਆਦਿਕਾਂ ਨੂੰ ਚੱਟਮ ਕਰਦਾ ਹੈ। ਨਿਮਰਤਾ ਜਨਾਉਣ ਲਈ ਵੀ ਵਰਤਦੇ ਹਨ। ਪੰਚਮ ਸਤਿਗੁਰੂ ਜੀ ਨੇ ਨਿਮਰੀ ਭੂਤ ਭਗਤ ਦੇ ਅਰਥਾਂ ਵਿੱਚ ਵਰਤਿਆ ਹੈ। ਹੇ ਪਪੀਲ ਕਾ ਗ੍ਰਸਟੇ, ਗੋਬਿੰਦ ਸਿਮਰਨ ਤੁਯੰ ਧਨੇ। ਨਾਨਕ ਅਨਕ ਬਾਰ ਨਮੋ ਨਮਹਿ। ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾ। ਇਨ੍ਹਾਂ ਹੀ ਅਰਥਾਂ ਵਿੱਚ ਗੁਰੂ ਨਾਨਕ ਦੇਵ ਜੀ ਨੇ ਇਹ ਪਦ ਇੱਥੇ ਵਰਤਿਆ ਹੈ। ਕਬੀਰ ਜੀ ਨੇ ਵੀ ਲਿਖਿਆ ਹੈ, ਹਰ ਹੈ ਖਾਂਡ ਰੇਤ ਮਹਿ ਬਿਖਰੀ, ਹਾਥੀ ਚੁਣੀ ਨਾ ਜਾਏ। ਕਹੈ ਕਬੀਰ ਗੁਰ ਭਲੀ ਬੁਝਾਈ, ਕੀਟੀ ਹੋਏ ਕੈ ਖਾਏ। ਸ਼ਲੋਕ ਕਬੀਰ ਜੀ।